बिघ्न विनाशन सोए। मैं नहीं किछ हो नहीं किछ आहे न मोरा। अवसर लज्जा रख ले हो सदना जन तोरा। सतनाम श्री वाहिगुरु साहिब जीओ। गौड़ी चेती महला पहला। औखद मंत्र मूल मन एक। जे कर दृढ़ चित की जय रे। जन्म जन्म के पाप कर्म के काटन हारा लीजै रे। औखद मंत्र मूल मन एक। जे कर दृढ़ चित की जय रे। जन्म जन्म के पाप कर्म के काटन हारा लीजै रे। मणे को साहिब भाई रे। तेरे तीन गुणा संसार समावै। लखना लखना जाई रे रहाओ। तेरे तीन गुणा संसार समावै। लखना लखना जाई रे रहाओ। वाहिगुरु जी का खालसा वाहिगुरु जी की फतेह। आओ गुरु प्यारे गुरु सवारे सतसंगी जनो। रोजाना की तरह पातशाह जी की अपार किरपा बख्शिश का सदका पवित्र बाणी की विचार नाल जुड़ना करिए जी। ਆਪਾਂ पिछले दिन ही ये शब्द ਸਰਵਣ कर रहे सी, कुछ बाकी सी। आओ ਅੱਗੇ ਆਰੰਭ करके ਸਰਵਣ करिए। उस तो पहला गुरु चरणों विच लवाइए हाजरियां। गुरु का बख्शिया फतेह का नारा करिए बुलंद। गज के आखिए जी वाहिगुरु जी का खालसा वाहिगुरु जी की फतेह। सतनाम श्री वाहिगुरु साहिब जीओ। गौड़ी चेती महला पहला। औखद मंत्र मूल मन एक। जे का दृढ़ चित कीजै रे। जन्म जन्म के पाप कर्म के काटन हारा लीजै रे। मणि को साहिब भाई रे। तेरे तीन गुणा संसार समावै। अलख न लखना जाई रे रहाओ। तेरे तीन गुणा संसार समावै। अलखना लखना जाई रे रहाओ। वाहिगुरु पवित्र शब्द पिछले दिनी ਸਰਵਣ कर रहे सी। सतगुरां दी जोगियां दे नाल गलबात। ਤਾਂ ਗੋਰਖਨਾਥ ਦੇ ਚੇਲੇ ਜੋਗੀ ਜਿਨ੍ਹਾਂ ਨੇ ਸ਼ਮੇਰ ਪਰਬਤ 'ਤੇ ਵੀ ਸਤਿਗੁਰੂ ਨਾਨਕ ਦੇਵ ਜੀ ਨੂੰ ਉਦਾਸੀ ਦੇ ਦੌਰਾਨ ਮਿਲਣਾ ਕੀਤਾ। ਔਰ ਜਦ ਉਹਨਾਂ ਨੂੰ ਪਤਾ ਲੱਗਿਆ ਵੀ ਜੇ ਜਿਹੜਾ ਮਾਤ ਲੋਕ ਦੇ ਵਿੱਚ
ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਅਵਤਾਰ ਹੋਇਆ ਹੈ, ਜਿਸ ਨੂੰ ਸੰਸਾਰ ਗੁਰੂ ਨਾਨਕ ਕਹਿੰਦਾ ਹੈ, ਜੇ ਕਿਤੇ ਸਾਡਾ ਚੇਲਾ ਬਣ ਜਾਵੇ, ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਿਆਲਾ। ਇਹੋ ਜਿਹਾ ਜੋਗੀ ਜਿਹੜਾ ਹੈ ਸੰਸਾਰ ਦੇ ਵਿੱਚ ਸਾਡੇ ਪੰਥ ਦਾ ਭਾਵ ਸਾਡੇ ਧਰਮ ਦਾ ਬਹੁਤ ਪ੍ਰਚਾਰ ਕਰ ਸਕਦਾ ਹੈ, ਜਿਸ ਦੇ ਨਾਲ ਸਾਡਾ ਧਰਮ ਬੜਾ ਪ੍ਰਫੁੱਲਤ ਹੋ ਸਕਦਾ ਹੈ। ਤਾਂ ਸ਼ਮੇਰ ਪਰਬਤ ਦੇ ਉੱਪਰ ਗੋਰਖਨਾਥ ਦੇ ਕਈ ਚੇਲੇ ਰਸਤੇ ਵਿੱਚ ਜਾਂਦੇ ਸਤਿਗੁਰਾਂ ਨੂੰ ਮਿਲਦੇ ਆ ਔਰ ਕਹਿੰਦੇ ਹਨ ਕਿ ਭਾਈ ਜੇ ਤੂੰ ਇਹ ਯਾਤਰਾ ਪੂਰੀ ਕਰਨੀ ਹੈ ਤਾਂ ਗੋਰਖਨਾਥ ਦਾ ਚੇਲਾ ਬਣੇ ਬਿਨਾਂ ਨਹੀਂ ਹੋਣੀ, ਕਿਉਂਕਿ ਇਹ ਜਿਹੜੇ ਜੋਗੀ ਸਨ ਲੋਕਾਂ ਨੂੰ ਡਰਾ ਕੇ ਭੁਲਾ ਕੇ ਆਪਣੇ ਮਗਰ ਲਾਉਂਦੇ ਸਨ ਔਰ ਵਾਰ-ਵਾਰ ਆ ਕੇ ਪੁੱਛਦੇ ਆ, ਜੇ ਤੂੰ ਅੱਗੇ ਜਾਣਾ ਹੈ ਤਾਂ ਪਹਿਲਾਂ ਗੋਰਖਨਾਥ ਦਾ ਚੇਲਾ ਬਣ, ਕੰਨਾਂ 'ਚ ਮੁੰਦਰਾਂ ਪਾ। ਕੱਲ੍ਹ ਆਪ ਜੀ ਨੇ ਭਾਈ ਸਾਹਿਬ ਜੀ ਕੋਲੋਂ ਉਹ ਮੁੰਦਾ ਸ਼ਬਦ ਦਾ ਜਿਹੜਾ ਅਸੀਂ ਕਥਾ ਸਰਵਣ ਕੀਤੀ, ਕੰਨਾਂ ਵਿੱਚ ਮੁੰਦਰਾਂ ਪਾ, ਜੋਗ ਧਾਰਨ ਕਰ, ਫਿਰ ਤੂੰ ਇਹ ਯਾਤਰਾ ਪੂਰੀ ਕਰ ਸਕਦਾ ਹੈ, ਨਹੀਂ ਤਾਂ ਇੱਥੋਂ ਅੱਗੇ ਨਹੀਂ ਜਾ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮੈਂ ਤਾਂ ਜਿੱਥੋਂ ਤੱਕ ਚਾਹਾਂ ਉੱਥੋਂ ਤੱਕ ਜਾ ਸਕਦਾ, ਤੁਸੀਂ ਮੈਨੂੰ ਰੋਕ ਨਹੀਂ ਸਕਦੇ। ਉਹਨਾਂ ਨੇ ਬੜਾ ਜ਼ੋਰ ਲਾਇਆ, ਅਖੀਰ ਇਹ ਸਿੱਧ ਇਹ ਜੋਗੀ ਸਤਿਗੁਰਾਂ ਤੋਂ ਹਾਰ ਗਏ। ਧੰਨ ਗੁਰੂ ਨਾਨਕ ਦੇਵ ਜੀ ਇਹਨਾਂ ਨੂੰ ਗਿਆਨ ਦੇ ਕੇ ਇਹਨਾਂ ਦਾ ਹੰਕਾਰ ਦੂਰ ਕਰਕੇ ਫਿਰ ਧਰੁਵ ਪ੍ਰਹਿਲਾਦ ਤੋਂ ਅੱਗੇ ਜਾਂਦੇ ਹੋਏ ਅਨੇਕਾਂ ਰਿਸ਼ੀਆਂ ਮੁਨੀਆਂ ਨੂੰ ਮਿਲਦੇ ਹੋਏ, ਕਾਗ ਬਸੁੰਡ ਰਿਸ਼ੀ ਮਿਲਿਆ, ਇਹਨਾਂ ਨੂੰ ਇੱਕ ਦੱਤਾਤਰੇय ਮਿਲਿਆ ਉਹ ਰਸਤੇ ਵਿੱਚ, ਜੋ ਸ਼ਾਮ ਦੀ ਸਾਖੀ ਵੀ ਸਾਰਾ ਇਤਿਹਾਸ ਆਵੇਗਾ। ਔਰ ਫਿਰ ਧਰੁਵ ਪ੍ਰਹਿਲਾਦ ਤੋਂ ਅੱਗੇ ਚੱਲ ਕੇ, ਪ੍ਰਹਿਲਾਦ ਤੋਂ ਬਾਅਦ ਧਰੁਵ ਮਿਲਦਾ ਅਤੇ ਧਰੁਵ ਤੋਂ ਅੱਗੇ ਕਹਿੰਦੇ ਸਤਿਗੁਰੂ ਸੱਚਖੰਡ ਵੀ ਜਾਂਦੇ ਆ। ਦੂਜੀ ਵਾਰ, ਪਹਿਲੀ ਵਾਰ ਗਏ ਸੁਲਤਾਨਪੁਰ ਤੋਂ, ਦੂਜੀ ਵਾਰ ਸਮੇਰ ਪਰਬਤ ਦੀ ਯਾਤਰਾ ਕਰਦੇ ਹੋਏ ਗਏ ਤੇ ਅਕਾਲ ਪੁਰਖ ਪੁੱਛਦੇ ਹਨ, ਨਾਨਕ ਕਿੰਨੀ ਕੁ ਦੁਨੀਆ ਵਿੱਚ ਮੇਰਾ ਪ੍ਰਚਾਰ ਕਰ ਦਿੱਤਾ, ਕਿੰਨੇ ਕੁ ਲੋਕਾਂ ਨੂੰ ਮੇਰੇ ਬਾਰੇ ਦੱਸ ਦਿੱਤਾ। ਧੰਨ ਗੁਰੂ ਨਾਨਕ ਦੇਵ ਨੇ ਫਿਰ ਉੱਥੇ ਪੌੜੀ ਉਚਾਰੀ ਸੀ ਰਹਿ ਰਸ ਵਾਲੀ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉਹ ਤੂੰ ਇੰਨਾ ਉੱਚਾ ਕਿੱਥੇ ਬੈਠ ਕੇ ਇੰਨੀ ਦੁਨੀਆ ਨੂੰ ਸੰਭਾਲ ਰਿਹਾ ਹੈ? ਉਹ ਤੇਰਾ ਦਰ ਹੁੰਦਾ ਦਰਵਾਜ਼ਾ ਉੱਚਾ, ਜਿਹਨੇ ਆਪਣੀ ਡਿਉੜੀ ਹੁੰਦੀ ਹੈ ਉੱਚੀ, ਘਰ ਹੁੰਦਾ ਘਰ, ਤੂੰ ਕਿੱਥੇ ਬੈਠ ਕੇ ਇੰਨੀ ਦੁਨੀਆ ਨੂੰ ਸੰਭਾਲ ਰਿਹਾ ਹੈ ਮਹਾਰਾਜ? ਜਿਤ ਬਹਿ ਸਰਬ ਸੰਭਾਲੇ। ਔਰ ਤੈਨੂੰ ਗਾਉਣ ਵਾਲਿਆਂ ਦਾ ਕੋਈ ਅੰਤ ਹੀ ਨਹੀਂ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਬਾਵਨ ਹਾਰੇ। ਕਿੰਨੇ ਵਾਜੇ ਵਜਾਉਣ ਵਾਲੇ ਆ, ਕਿੰਨੇ ਤਰ੍ਹਾਂ ਦੇ ਵਾਜੇ ਆ, ਭਾਵ ਆਵਾਜ਼ਾਂ ਕਿੰਨੇ ਤਰ੍ਹਾਂ ਦੀਆਂ, ਹਿਸਾਬ ਲਾ ਲਓ। ਪਸ਼ੂਆਂ ਦੀਆਂ ਆਵਾਜ਼ਾਂ ਅਲੱਗ ਹੈ, ਪੰਛੀਆਂ ਦੀਆਂ ਅਲੱਗ-ਅਲੱਗ ਹੈ, ਬੰਦਿਆਂ ਦੀਆਂ ਅਲੱਗ-ਅਲੱਗ ਹੈ, ਕੀੜੀ ਤੋਂ ਲੈ ਕੇ ਹਾਥੀ ਤੱਕ ਕਿੰਨੇ ਤਰ੍ਹਾਂ ਦੀਆਂ ਆਵਾਜ਼ਾਂ, ਭਾਵ ਇਹ ਸਰੀਰ ਸਾਰੇ ਬਾਜੇ ਆ। ਬਾਜੇ ਕੇਵਲ ਆ ਨਹੀਂ ਸਾਜ, ਵਾਜੇ ਦਾ ਮਤਲਬ ਆਵਾਜ਼ਾਂ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੀਤੇ ਤੇਰੇ ਬਾਵਨ ਹਾਰੇ। ਕੀਤੇ ਤੇਰੇ ਰਾਗ ਪਰੀ ਸਿਓ ਕਹੀਨ, ਕੀਤੇ ਤੇਰੇ ਗਾਵਨ ਹਾਰੇ। ਗਾਵੇ ਤੁਹਾਨੂੰ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਖੈ ਲੰਮੇ ਨਾ ਜਾਈਏ। ਇਹ ਸਾਰੀ ਪੌੜੀ ਵਿੱਚ ਬਾਬੇ ਨਾਨਕ ਨੇ ਜੋ ਦੁਨੀਆ ਦੇ ਵਿੱਚ ਪਰਮੇਸ਼ਰ ਨੂੰ ਵੇਖਿਆ,
ਤੇ ਦੁਨੀਆ ਦੇਖੀ ਤੇ ਪਰਮੇਸ਼ਰ ਦੇ ਸਾਹਮਣੇ ਖੜ ਕੇ ਇੱਕ ਰਿਪੋਰਟ ਦਿੰਦੇ ਆ ਵੀ ਇੰਨੀ ਦੁਨੀਆ ਤੈਨੂੰ ਗਾ ਰਹੀ ਆ, ਇੰਨੀ ਦੁਨੀਆ ਵਿੱਚ ਮੈਂ ਤੇਰੇ ਬਾਰੇ ਦੱਸ ਦਿੱਤਾ ਹੈ। ਸੋਧਰ ਦੀ ਪੌੜੀ ਆਸਾ ਰਾਗ ਦੇ ਵਿੱਚ ਗਾਈ ਆ, ਔਰ ਇਸ ਪੌੜੀ ਨੂੰ ਪਹਿਲੀ ਵਾਰ ਬਾਬਾ ਜੀ ਨੇ ਜਪਜੀ ਸਾਹਿਬ ਵਿੱਚ ਲਾਇਆ ਤੇ ਫਿਰ ਰਹਿ ਰਸ ਵਿੱਚ ਵੀ ਲਾਇਆ। 3 ਵਾਰੀ ਇਹ ਪੌੜੀ ਗੁਰਬਾਣੀ ਵਿੱਚ ਲਿਖੀ ਗਈ ਆ, ਥੋੜ੍ਹੇ ਥੋੜ੍ਹੇ ਫਰਕ ਨਾਲ, ਅਰਥ ਉਹੀ ਬਣਨਗੇ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਤੈਨੂੰ ਇੰਨੀ ਦੁਨੀਆ ਗਾ ਰਹੀ ਹੈ। ਗਾਵੇ ਰਾਜਾ ਧਰਮ ਦੁਆਰੇ, ਧਰਮ ਰਾਜ ਵੀ ਤੈਨੂੰ ਗਾਉਂਦਾ। ਗਾਵੇ ਚਿੱਤ ਗੋਪਤ, ਜੋ ਸੀਕ੍ਰੇਟ ਬੰਦੇ ਛੱਡੇ ਹੋਏ ਆ ਦੁਨੀਆ ਨੂੰ ਵੇਖਣ ਵਾਸਤੇ ਵੀ ਕੌਣ ਕੀ ਕਰਦਾ। CCTV ਕੈਮਰਾ ਜਿਵੇਂ, ਇਹ ਚਿੱਤਰਗੁਪਤ ਸੀ ਪਲਾਣੇ ਪਰਮੇਸ਼ਰ ਦੇ। ਗਾਵੇ ਚਿੱਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਦੁਨੀਆ ਦੇ ਕੀਤੇ ਹੋਏ ਨੂੰ ਲਿਖਦੇ ਆ ਤੇ ਧਰਮ ਰਾਜ ਹਿਸਾਬ ਕਿਤਾਬ ਕਰਦਾ। ਇੰਨੀ ਦੁਨੀਆ ਤੈਨੂੰ ਗਾ ਰਹੀ ਆ ਤੇ ਅਖੀਰ ਤੇ ਕਹਿੰਦੇ ਜਿੰਨੇ ਕੁ ਮੈਂ ਦੇਖੇ ਆ ਅੰਤ ਨਹੀਂ ਆ ਹਲੇ ਮੈਂ ਪਾਇਆ, ਹੋਰ ਕੇਤੇ ਗਾਵਣ ਸੇ ਮੈਂ ਚਿਤਨ ਆਵਣ, ਨਾਨਕ ਕਿਆ ਵਿਚਾਰੇ ਹਜੇ ਹੋਰ ਵੀ ਹੋਣਗੇ ਜਿਹੜੇ ਮੇਰੀ ਨਿਗਾਹ ਤੋਂ ਬਾਹਰ। ਸੋਈ ਸੋਈ ਸਦਾ ਸੱਚ, ਤੂੰ ਹੀ ਸੱਚ ਹੈ, ਤੂੰ ਹੀ ਸੱਚ ਹੈ। ਸਹਿਬ ਸਾਚਾ ਤੂੰ ਹੀ ਸੱਚ ਹੈ, ਸਾਚੀ ਨਾਈ ਤੇਰੀ ਕੁਦਰਤ ਵੀ ਸੱਚੀ ਆ। ਹੈ ਪੀ ਹੋਸੀ ਜਾਏ ਨਾ ਜਾਸੀ, ਉਹੀ ਮੂਲ ਮੰਤਰ ਅਰਥ ਹੈ ਇਸ ਦਾ। ਤੂੰ ਹੀ ਸਦਾ ਰਹਿਣ ਵਾਲਾ ਹੈ, ਪਹਿਲਾਂ ਵੀ ਸੀਗਾ, ਅੱਗੇ ਵੀ ਹੋਵੇਗਾ, ਕਦੇ ਨਹੀਂ ਜਾਵੇਗਾ। ਅੱਜ ਵੀ ਹੈ ਪੀ, ਹੁਣ ਵੀ ਹੈ, ਹੋਸੀ ਅੱਗੇ ਵੀ ਰਹੇਗਾ। ਰਚਨਾ ਜਿਨ ਰਚਾਈ, ਜਿਹਨੇ ਇੰਨੀ ਦੁਨੀਆ ਸਾਜੀ ਆ, ਤੈਨੂੰ ਸਾਰੀ ਦੁਨੀਆ ਗਾਉਂਦੀ ਹੈ। ਤਾਂ ਇਹ ਜਿਹੜੇ ਸਿੱਧ ਸਨ, ਜੋਗੀ ਸਨ, ਬੜੇ ਹੈਰਾਨ ਹੋਏ ਵੀ ਯਾਰ ਇਹ ਬੰਦੇ ਨੂੰ ਅਸੀਂ ਚੇਲਾ ਬਣਾਉਣਾ ਸੀਗਾ। ਆ ਡੇਰਿਆਂ ਵਾਲੇ ਵੀ ਦੇਖਦੇ ਆ, ਹੋਰ ਧਰਮਾਂ ਵਾਲੇ ਵੀ ਦੇਖਦੇ ਆ, ਜਦੋਂ ਕੋਈ ਬਾਹਲਾ ਗਿਆਨੀ ਬੰਦਾ ਲੱਭਦਾ ਨਾ, ਉਹ ਚਾਹੇ ਕਿਸੇ ਵੀ ਧਰਮ ਵਿੱਚ ਹੋਵੇ, ਉਹਨੂੰ ਕਿਵੇਂ ਵੀ ਖਰੀਦਣਾ ਪਵੇ, ਪੈਸੇ ਦੇ ਕੇ, ਜੇ ਉਹ ਕਰਕੇ। ਇੱਥੋਂ ਤੱਕ ਕਿ ਈਸਾਈ ਲੋਕ ਤਾਂ ਕਿਸੇ ਨੂੰ ਆਪਣੇ ਵਿੱਚ ਲਾਉਣ ਵਾਸਤੇ ਲੜਕੀਆਂ ਤੱਕ ਦੇ ਸਾਕ ਵੀ ਕਰ ਦਿੰਦੇ ਆ। ਕੋਈ ਸਤਨਾਮ ਪੈਸੇ ਵੀ ਦੇ ਦਿੰਦੇ ਆ, ਸਾਕ ਵੀ ਕਰਦੇ ਵੀ ਇਹ ਗਿਆਨੀ ਬੰਦਾ ਸਾਡਾ ਪ੍ਰਚਾਰ ਕਰੇ। ਕੋਈ ਸਤਨਾਮ ਸੀ ਐਡਾ ਗਿਆਨੀ। ਇਹੀ ਸੋਚਿਆ ਗੋਰਖਨਾਥ ਵਰਗਿਆਂ ਨੇ। ਪਰ ਧੰਨ ਗੁਰੂ ਨਾਨਕ ਤਾਂ ਦੁਨੀਆ ਨੂੰ ਤਾਰਨ ਵਾਲੇ ਆਏ ਸਨ। ਉਹ ਤਾਂ ਸਾਰੀ ਸ੍ਰਿਸ਼ਟੀ ਦੇ ਮਾਲਕ ਹੈ। ਕਿਸੇ ਇੱਕ ਦਾ ਗੁਰੂ ਪਿਆਰੂ ਗਲ ਵਿੱਚ ਫੱਟਾ ਪਾ ਕੇ ਕਿਵੇਂ ਚੱਲ ਪੈਂਦੇ, ਕਿਸੇ ਇੱਕ ਦੀ ਮੋਹਰ ਲਵਾ ਕੇ ਕਿਵੇਂ ਤੁਰ ਪੈਂਦੇ। ਉਹ ਤਾਂ ਸ੍ਰਿਸ਼ਟੀ ਦੇ ਮਾਲਕ ਹੈ। ਇਸ ਕਰਕੇ ਜੋਗੀਆਂ ਨੇ ਸਮੇਂ ਸਮੇਂ 'ਤੇ ਫੇਰ ਵੀ ਕੋਸ਼ਿਸ਼ ਕੀਤੀ, ਬਾਅਦ 'ਚ ਵੀ। ਜਿਸ ਵੇਲੇ ਧੰਨ ਗੁਰੂ ਨਾਨਕ ਦੇਵ ਜੀ ਨਾਨਕ ਮੱਤਾ ਸਾਹਿਬ ਗਏ, ਜਿੱਥੇ ਕਿ ਉਸ ਨੂੰ ਗੋਰਖ ਮੱਤਾ ਕਹਿੰਦੇ ਸਨ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉੱਥੇ ਬੈਠੇ ਜੋਗੀਆਂ ਨੇ ਵੀ ਕੋਸ਼ਿਸ਼ ਕੀਤੀ ਕਿ ਬਾਬੇ ਨਾਨਕ ਨੂੰ ਆਪਣਾ ਚੇਲਾ ਬਣਾਇਆ ਜਾਵੇ। ਜਦ ਉੱਥੇ ਜਦਾਈ ਹੋਈ, ਭਾਵ ਚਰਚਾ, ਲੜਾਈ ਨਹੀਂ, ਆਵਾਜ਼ ਦੀ ਵਿਚਾਰ ਚਰਚਾ ਹੋਈ। ਜੋਗੀਆਂ ਨੇ ਸੋਚਿਆ ਵੀ ਇਹ ਕਿਸੇ ਤਰ੍ਹਾਂ ਵੀ ਨਹੀਂ ਹਾਰਦਾਗਾ। ਇੱਕ ਦਿਨ ਜੋਗੀ ਕਹਿੰਦੇ ਵੀ ਇਹ ਜਿਹੜੀ ਧਰਤੀ ਹੈ ਜਿੱਥੇ ਤੂੰ ਆ ਕੇ ਬੈਠਾ, ਸਾਡੇ ਗੋਰਖ ਦੀ ਧਰਤੀ ਹੈ, ਇਹਨੂੰ ਗੋਰਖ ਮੱਤਾ ਕਹਿੰਦੇ। ਬਾਬਾ ਜੀ ਕਹਿੰਦੇ ਧਰਤੀ ਸਭ ਦੀ ਸਾਂਝੀ ਹੈ, ਇਹ ਕਿਹੜਾ ਬੋਲ ਕੇ ਦੱਸਦੀ ਹੈ ਵੀ ਇਹ ਗੋਰਖ ਮੱਤਾ ਹੈ। ਕਹਿੰਦੇ ਬੋਲ ਕੇ ਵੀ ਦੱਸ ਦੇਵੇਗੀ, ਪੁੱਛ ਲਾਂਗੇ। ਇਹਨਾਂ ਨੇ ਵਿਉਂਤ ਬਣਾਈ ਗੁਰੂ ਪਿਆਰਿਓ, ਇੱਕ ਟੋਹਾ ਪੱਟ ਕੇ ਨਾ 4-5 ਫੁੱਟ ਡੂੰਘਾ, ਉਹਦੇ ਵਿੱਚ ਇੱਕ ਬੱਚਾ ਬਿਠਾ ਦਿੱਤਾ ਜੋਗੀਆਂ ਨੇ। ਆਪਣਾ ਇੱਕ ਜੋਗੀ ਜਾਂ ਬੱਚਾ ਵਿੱਚ ਬਿਠਾ ਦਿੱਤਾ ਜੋਗੀਆਂ ਦਾ, ਔਰ ਉਹਨੂੰ ਕਹਿੰਦੇ ਵੀ ਜਦੋਂ ਅਸੀਂ ਪੁੱਛੀਏ ਤੂੰ ਕਹੀਂ ਗੋਰਖ ਮੱਤਾ। ਉੱਤੇ ਛੱਤ ਪਾਤੀ ਕਾਨਿਆਂ ਦੀ, ਥੋੜ੍ਹੀ ਸਾਹ ਜਾਣ ਨੂੰ, ਵਿੱਚ ਮੋਰੀ ਰੱਖਤੀ ਕੋਈ, ਉੱਥੇ ਬੈਠ ਗਏ ਆ ਕੇ। ਕਹਿੰਦੇ ਜੀ ਪੁੱਛੋ ਧਰਤੀ ਨੂੰ ਕਿਹਦੀ ਹੈ? ਕਹਿੰਦੇ ਪੁੱਛ ਲਓ। ਉਹ ਜੋਗੀ ਕਹਿੰਦੇ ਧਰਤੀ ਹੈ ਤੂੰ ਕਿਹਦੀ ਆ? ਉਹ ਬੱਚਾ ਵਿੱਚੋਂ ਕਹਿੰਦਾ ਮੈਂ ਗੋਰਖ ਦੀ, ਇਹ ਗੋਰਖ ਮੱਤਾ ਹੈ। ਬਾਬੇ ਨੇ ਸੋਚਿਆ ਕਿ ਚਲਾਕੀ ਕੀਤੀ ਹੈ ਇਹਨਾਂ ਨੇ। ਕਹਿੰਦੇ ਫੇਰ ਪੁੱਛੋ ਇੱਕ ਵਾਰੀ ਫੇਰ ਪੁੱਛਿਆ।
ਬਈ ਧਰਤੀ ਕਿਹਦੀ ਆ? ਉਹ ਕਹਿੰਦਾ ਗੋਰਖ ਦੀ, ਗੋਰਖ ਮੱਤਾ। ਪਾਤਸ਼ਾਹ ਕਹਿੰਦੇ ਇੱਕ ਵਾਰੀ ਫੇਰ ਪੁੱਛ ਕੇ ਦੇਖ ਲਓ। ਜਦ ਤੀਜੀ ਵਾਰ ਪੁੱਛਿਆ, ਤੀਜੀ ਵਾਰ ਉਹ ਬੋਲਿਆ, ਕਹਿੰਦਾ ਗੋਰਖ ਮੱਤਾ, ਗੋਰਖ ਮੱਤਾ। ਪਾਤਸ਼ਾਹ ਕਹਿੰਦੇ ਹਜੇ ਬੋਲਣ ਜੋਗਾ ਹੈਗਾ ਹੀ ਆ। ਇੰਨੀ ਕਹਿਣ ਦੀ ਦੇਰ ਸੀ ਉਹ ਜਵਾਕ ਦਾ ਬੋਲਣਾ ਬੰਦ ਹੋ ਗਿਆ। ਕੋਈ ਸਤਨਾਮ ਸੀ। ਫਿਰ ਹੱਥਾਂ ਪੈਰਾਂ ਦੀ ਪੈ ਗਈ। ਜੋਗੀਆਂ ਨੇ ਬੜਾ ਰੌਲਾ ਪਾਇਆ, ਕਿਹਨੇ ਬੋਲਣਾ ਸੀਗਾ? ਉਹ ਬੋਲਿਆ ਨਾ। ਜਦੋਂ ਉੱਤੋਂ ਕੱਚੀ ਛੱਤ ਪੱਟੀ, ਇਹਨਾਂ ਦਾ ਭੇਦ ਖੁੱਲ੍ਹ ਗਿਆ। ਤਾਂ ਗੁਰੂ ਪਿਆਰਿਓ, ਉਹ ਬੱਚੇ ਨੂੰ ਬਾਹਰ ਕੱਢਿਆ। ਖੈਰ ਬੱਚੇ ਨੂੰ ਤਾਂ ਪਾਤਸ਼ਾਹ ਨੇ ਜੀਵਨ ਦਾਨ ਦੇਤਾ। ਇਹਨਾਂ ਦੇ ਬਚਨਾਂ ਨਾਲ ਚੁੱਪ ਕੀਤਾ ਸੀ। ਉਹਨਾਂ ਨੇ ਬੁਲਾਤਾ, ਉਸ ਨੂੰ ਬੋਲਣ ਲਾਤਾ ਦੁਬਾਰਾ। ਪਰ ਫਿਰ ਕਹਿੰਦੇ ਹੁਣ ਪੁੱਛੋ ਧਰਤੀ ਨੂੰ ਕਿਹਦੀ ਹੈ? ਮਾਰੋ ਆਵਾਜ਼। ਜਿਵੇਂ ਖੂਹ 'ਚੋਂ ਆਵਾਜ਼ ਆਉਂਦੀ ਹੈ, ਫਿਰ ਆਏ ਆਵਾਜ਼ਾਂ ਆਉਣ ਲੱਗੀਆਂ। ਜਦ ਪੁੱਛਿਆ ਧਰਤੀ ਹੈ ਤੂੰ ਕਿਹਦੀ ਹੈ? ਕਹਿੰਦੀ ਨਾਨਕ ਦੀ, ਸਾਧੂਆਂ ਦੀ। ਨਾਨਕ ਧਰਤੀ ਸਾਧ ਕੀ, ਤਸਕਰ ਬੈਠੇ ਆਏ, ਵੈਸੇ ਆਏ। ਇਹਦੇ ਉੱਤੇ ਚੋਰ ਠੱਗ ਲੁਟੇਰੇ ਵੀ ਆ ਗਏ। ਧਰਤੀ ਸਾਜੀ ਸੀ ਨਾਮ ਜਪਣ ਵਾਸਤੇ। ਧਰਤੀ ਧਰਮਸ਼ਾਲਾ ਬਣਾਈ ਸੀ ਪਰਮੇਸ਼ਰ ਨੇ ਭਜਨ ਬੰਦਗੀ ਕਰਨ ਵਾਸਤੇ। ਸਗਲੀ ਧਰਤੀ ਸਾਧ ਕੀ, ਤਸਕਰ ਵੈਸੇ ਆਏ। ਤਾਂ ਇਸ ਤਰ੍ਹਾਂ ਗੁਰੂ ਪਿਆਰਿਓ, ਫਿਰ ਉੱਥੇ ਕੁਦਰਤ ਵਿੱਚੋਂ ਆਵਾਜ਼ਾਂ ਆਉਣ ਲੱਗੀਆਂ, ਨਾਨਕ ਮੱਤਾ, ਨਾਨਕ ਮੱਤਾ, ਨਾਨਕ ਮੱਤੇ ਦੀਆਂ। ਤੇ ਉਸ ਜਗ੍ਹਾ ਦਾ ਨਾਮ ਬਦਲ ਕੇ ਫਿਰ ਨਾਨਕ ਮੱਤਾ ਹੋ ਗਿਆ। ਦੁਨੀਆ ਵਿੱਚ ਨਾਨਕ ਮੱਤਾ ਕਰਕੇ ਗੁਰੂ ਨਾਨਕ ਦੇਵ ਜੀ ਦਾ ਉਹ ਸਥਾਨ ਮਸ਼ਹੂਰ ਹੋਇਆ। ਔਰ ਇੱਕ ਪਿੱਪਲ ਦੇ ਥੱਲੇ ਸਤਿਗੁਰੂ ਨਾਨਕ ਦੇਵ ਜੀ ਬੈਠੇ ਸਨ। ਉਹ ਨਿਸ਼ਾਨੀ ਬਣ ਗਈ। ਉੱਥੇ ਆਪਣਾ ਇੱਕ ਸਾਧੂ, ਇੱਕ ਸਿੱਖ ਵੀ ਛੱਡਿਆ ਵੀ ਇੱਥੇ ਸੇਵਾ ਪਾਣੀ ਕਰਿਆ ਕਰੀ ਭਾਈ ਤੂੰ। ਜੋਗੀ ਉੱਥੋਂ ਚਲੇ ਗਏ। ਪਰ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਜੋਗੀ ਫਿਰ ਉੱਥੇ ਪਹੁੰਚ ਗਏ ਤੇ ਉਹਨਾਂ ਨੇ ਜਾ ਕੇ ਉਹ ਸਿੱਖ ਨੂੰ, ਉਸ ਗੁਰਮੁਖ ਨੂੰ, ਬ੍ਰਹਮ ਗਿਆਨੀ ਬਜ਼ੁਰਗ ਨੂੰ ਤੰਗ ਕੀਤਾ। ਉਹਨੂੰ ਉੱਥੋਂ ਭਜਾਉਣਾ ਚਾਹੁੰਦੇ ਸੀ। ਉਹ ਨਾ ਭੱਜਿਆ। ਉਹ ਕਹਿੰਦਾ ਇਹ ਬਾਬੇ ਨਾਨਕ ਦਾ ਸਥਾਨ ਹੈ, ਮੇਰੀ ਡਿਊਟੀ ਹੈ, ਇੱਥੇ ਸੇਵਾ ਲਾਈ ਆ, ਮੈਂ ਨਹੀਂ ਜਾਂਦਾ ਇੱਥੋਂ। ਕਹਿੰਦੇ ਕੀ ਨਿਸ਼ਾਨੀ ਹੈ? ਕਹਿੰਦੇ ਆਹ ਪਿੱਪਲ ਉਸ ਵੇਲੇ ਦਾ ਹੀ ਆ। ਕਹਿੰਦੇ ਅਸੀਂ ਪਹਿਲਾਂ ਪਿੱਪਲ ਨੂੰ ਅੱਗ ਲਾਉਣੀ। ਇਹਨਾਂ ਨੇ ਗੁਰੂ ਪਿਆਰਿਓ ਪਿੱਪਲ ਨੂੰ ਅੱਗ ਲਾਤੀ। ਜਿਸ ਵੇਲੇ ਪਿੱਪਲ ਨੂੰ ਅੱਗ ਲੱਗੀ, ਜੋ ਗੁਰਮੁਖ ਨੇ, ਬ੍ਰਹਮ ਗਿਆਨੀ ਨੇ ਅਰਦਾਸਾਂ ਬੇਨਤੀਆਂ ਕੀਤੀਆਂ। ਫਿਰ ਛੇਵੇਂ ਪਾਤਸ਼ਾਹ ਉੱਥੇ ਪਹੁੰਚੇ ਤੇ ਛੇਵੇਂ ਪਾਤਸ਼ਾਹ ਜਦ ਫੌਜਾਂ ਸਮੇਤ ਪਹੁੰਚੇ, ਫਿਰ ਜੋਗੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਭਾਜੜਾਂ ਪੈ ਗਈਆਂ। ਤੇ ਇਹ ਜੋਗੀ ਜਿਸ ਦੀਆਂ, ਇਹ ਪਿੱਪਲ ਜਿਸ ਦੀਆਂ ਜੜ੍ਹਾਂ ਜੋਗੀਆਂ ਨੇ ਪੱਟਣੀਆਂ ਚਾਹੀਆਂ ਸੀ, ਜਿੱਥੇ ਬਾਬਾ ਨਾਨਕ ਬੈਠਾ ਸੀ। ਤੇ ਬਾਬਾ ਜੀ ਕਹਿੰਦੇ ਉਹ ਸਾਡੇ ਹੁੰਦੇ ਕਿੱਥੇ ਚੱਲਿਆ ਤੂੰ? ਉਹਨਾਂ ਜੋਗੀਆਂ ਤੇ ਉਹਦੀਆਂ ਜੜ੍ਹਾਂ ਤੇ ਮਿੱਟੀ ਪਵਾਈ ਸੀ। ਫਿਰ ਇਹ ਉਦੋਂ ਦੀ ਨਿਸ਼ਾਨੀ ਸੀ ਪਾਤਸ਼ਾਹ ਦੀ। ਛੇਵੇਂ ਪਾਤਸ਼ਾਹ ਨੇ ਫਿਰ ਜਾ ਕੇ ਉਹ ਦੁਬਾਰਾ ਫਿਰ ਆਜ਼ਾਦ ਕਰਾਈ ਜਗ੍ਹਾ। ਔਰ ਜਿਸ ਪਿੱਪਲ ਨੂੰ ਅੱਗ ਲਾਈ ਸੀ ਉੱਤੇ ਚੰਦਨ ਰਗੜ ਕੇ ਛਿੱਟੇ ਮਾਰੇ, ਉਹ ਫਿਰ ਹਰਾ ਭਰਾ ਹੋ ਗਿਆ। ਅੱਜ ਤੱਕ ਪੱਕੀ ਨਿਸ਼ਾਨੀ ਹੈ ਕਿ ਉਹਦੇ ਹਰੇਕ ਪੱਤੇ ਤੇ ਲਾਲ ਰੰਗ ਦੇ ਦਾਗ ਲੱਗਦੇ ਆ। ਕੋਈ ਲਾਲ ਚੰਦਨ ਦੇ ਨਵੇਂ ਪੱਤੇ ਨਿਕਲਦੇ ਆ ਨਾ, ਉਹਨਾਂ ਉੱਤੇ ਵੀ ਲਾਲ ਰੰਗ ਦੇ ਤੁਹਾਨੂੰ ਛਿੱਟੇ ਲੱਗੇ ਮਿਲਣਗੇ, ਲਾਲ ਰੰਗ ਦੇ। ਇਸ ਕਰਕੇ ਨਾ ਜੋਗੀਆਂ ਨੇ ਬੜੀ ਕੋਸ਼ਿਸ਼ ਕੀਤੀ ਕਿ ਸੰਸਾਰ ਜਿਹੜਾ ਹੈ ਉਸ ਵੇਲੇ ਬਹੁਤ ਕੋਸ਼ਿਸ਼ ਕਰਦੇ ਰਹੇ ਜੋਗੀ ਬਾਬੇ ਨਾਨਕ ਨੂੰ ਆਪਣਾ ਚੇਲਾ ਬਣਾਉਣ ਵਾਸਤੇ। ਗੁਰੂ ਅੰਗਦ ਦੇਵ ਜੀ ਕੋਲ ਵੀ ਆਏ, ਗੁਰੂ ਅਮਰਦਾਸ ਜੀ ਕੋਲ ਵੀ ਆਏ। 10ਵੇਂ ਪਾਤਸ਼ਾਹ ਵੇਲੇ ਵੀ ਇਹਨਾਂ ਨੇ ਆ ਕੇ ਲੰਗਰ ਨੂੰ ਮੁਕਾਉਣ ਦੀ ਕੋਸ਼ਿਸ਼ ਕੀਤੀ। ਅੱਜ ਦਾ ਜੋ ਸ਼ਬਦ ਹੈ ਇਹ ਵੀ ਜੋਗੀ ਦਾ ਹੀ ਹੈ। ਇਹ ਜੋਗੀ ਸਤਿਗੁਰਾਂ ਦੇ ਕੋਲ ਆ ਕੇ ਆਪਣੀਆਂ ਤਾਕਤਾਂ ਵਿਖਾਉਂਦਾ ਹੈ, ਸਤਿਗੁਰਾਂ ਨੂੰ ਜੋਗੀ ਬਣਨ ਦੀ ਪ੍ਰੇਰਨਾ ਕਰਦਾ ਹੈ। ਪਿਛਲਾ ਸ਼ਬਦ ਤੁਸੀਂ ਸਰਵਣ ਕੀਤਾ ਕੱਲ ਭਾਈ ਸਾਹਿਬ ਜੀ ਤੋਂ
अगले शब्द विच भी यही बचन है कि जोगी कहन लगे आ महाराज तुसी अपने सिखां नूं दवाइयां बनाउणियां सिखाओ। मैं वैद हाँ, जोगी भी हाँ। जोगी का अर्थ होंदा है परमेश्वर नाल जुड़न वाला, जोगी का मतलब होंदा है परमेश्वर नाल मिलण वाला। पर इन्हां ने जोगी शब्द के अर्थ ही बदल दिते। बाबे नानक ने दसिया जोग न खिंठा, जोग न डंडा, जोग न भस्म चढ़ाई है, जोग न मुंदी मूंड मुंडाया, जोग न सिंगी वाई है, अंजन माहे निरंजन रही है, जोग जोग ते पाई है, गल्ली जोग न होई, एक दृष्ट कर संसर जाने, जोगी कही है सोई। पर इन्हां जोगियां ने असल जिहड़ा मकसद सीगा वो भुला करके केवल ते केवल पेट पालण दी जुगत बना ली है। ये भगवें कपड़े पा करके झोली चक के बगली चक के डंडे विच पा के मंगण चल पैंदे आ और जोगी बन के अपना समा लंघाउंदे आ। बस थोड़ियां बहुतियां दवाइयां बना लैंदे आ, अखां दे सुरमे आदि। ते ये वैद भी आके कहंदा महाराज अपना जोगी वैद आ जिहड़ा आगे कहना अपने सिखां नूं तुसीं ना वैदगी सिखाओ। जे कहो तो मैं सिखा दियां, मेरे कोले बड़े तगड़े तगड़े मंत्र है, मैं सप्पां दा जहर ला दिना, सप्पां दीयां सिरियां रगड़ के मैं सुरमे तैयार कीते है, बंदे दी निगाह तेज कर दिना। धन गुरु नानक देव महाराज जी कहने जोगी जी असीं ये तां काम पहले कीता होया है। गौड़ी चेती महला पहला, औखद मंत्र मूल मन एक है, जे का दृढ़ चित कीजै रे। मेरा वैद गुरु गोबिंदा हर हर नाम, औखद मुख देवै काटै जम की फंदा। मेरा जिहड़ा वैद है, साडा जिहड़ा वैद है वो परमेश्वर है जो नाम दी दवाई दिंदा है। नाम दी औखद नाम दी दवाई दिंदा है, जिहड़ा संसार दीयां बीमारियां तक ही दरगाह दीयां बीमारियां नूं भी कट दिंदा। धन गुरु नानक देव महाराज जी कहंदे साडे कोले तां परमेश्वर दा नाम ही दवाई है। भगत रविदास जी ने भी कहा कि पंडित लोग आरती करते हैं, दीवे विच तेल पा के थाल विच रख के उहनूं जगा के विच फुੱਲ रख के थाल घुमाउंदे आ, पर साडी आरती तां कुछ होर आ। की आ महाराज तुहाडी आरती? नाम तेरो आरती मजन मुरारे, हर के नाम बिन झूठे सगल पसारे। नाम तेरो आसनो, नाम तेरा उरसा, नाम तेरा केसरो ले छटकारे। नाम तेरा अंबला, अंबला हुंदा पानी, तेरा नाम ही मेरा पानी है। नाम तेरे चंदनो, पानी दे नाल मैं तेरे नाम नूं ही रगड़दा हाँ, नाम दे पानी नाल नाम ही रगड़दा हाँ। नाम तेरा अंबला, नाम तेरा चंद्रों, घा जपे नाम ले तुझे को चारे, मैं तेरा नाम ही तैनूं चढ़ाउंदा हाँ। जिवें आपां अरदास करदे हां, महाराज अज दे नित ने प्रवान करियो ये भेटा। सिख ने भेट के देनी है पातशाह नूं नाम दी, सिमन करके सिमन ही भेट करना। तो इसे तरह पातशाह जी नाम नूं ही सब कुछ कहंदे हन। भगतां ने भी नाम दी वडियाई कीती आ, नाम जपिया। गुरुआं ने भी नाम की महिमा की है, आप जपिया ते संगतां नूं जपाया। और नाम जपण जपाउण वाले नूं पातशाह कने बड़ा प्यार करदे आ। गुर सतगुर का जो सिख अखाए, सो भलके उठ हर नाम ते आवे। उदम करे भलके प्रभाती, इशनान करे अमृतसर नहाए। फिर चढ़े दिवस गुरबाणी गाए, बहिंदियां उठदियां हर नाम ते आए। सतगुरु पातशाह चौथे पातशाह बचन है, कहते इहो जिहा सिख मैनूं बड़ा चंगा लगता है, आप जपै अवरै नाम जपाए। मेरे प्रीतम जी कहते जोगी कहंदा अपने सिखां नूं वैद बनाओ। पातशाह कहंदे असीं दिता होया मंत्र, तेरा मंत्र तां छोटा मोटा है, सप दे जहर नूं लाउंदा होना। मैं तां मनुख दे अंदरों ਜਿਹੜੇ ਪੰਜ ਵਿਕਾਰ ਰੂਪੀ ਸੱਪ ਬੜੇ ਹੋਏ ਆ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਨਾਂ ਦੇ ਜ਼ਹਿਰ ਨੂੰ ਵੀ ਖਤਮ ਕਰਦਾ। ਭਾਵ ਜਦੋਂ ਕੋਈ ਧਰਮ ਦੇ ਮਾਰਗ ਤੇ ਚੱਲਦਾ ਤੇ ਉਹਦੇ ਅੰਦਰੋਂ ਲੜਾਈਆਂ, ਵਿਸ਼ੇ, ਵਿਕਾਰ ਔਰ ਈਰਖਾ, ਦੁਈ ਦਵੈਤ ਖਤਮ ਹੋ ਲੈਂਦੀ ਹੈ, ਖਤਮ ਹੁੰਦੀ ਹੈ। ਇਹ ਬਿਮਾਰੀਆਂ
भी खत्म हो जांदियां, लड़ाइयां भी खत्म हो जांदियां। तीने ताप निवारण हारा, दुख हंता सुख रास, ताको बिघन न को लागै, जाकी प्रभ आगे अरदास। ਜਿਹੜੇ ਪ੍ਰਭੂ ਨਾਲ ਜੁੜਦੇ ਆ ਉਹਦੀ ਅੱਗੇ ਅਰਦਾਸ ਬੇਨਤੀ ਜੋਦਰੀ ਕਰਦੇ ਆ, ਉਹਨਾਂ ਦੇ ਤਿੰਨੇ ਤਰ੍ਹਾਂ ਦੇ ਤਾਪ ਹੀ ਭੱਜ ਜਾਂਦੇ ਆ। ਇੱਕ ਤਾਂ ਉਹ ਤਾਪ ਹੈ ਆਦਿ ਵਿਆਧੀ ਉਪਾਧੀ। ਆਦਿ ਉਹ ਤਾਪ ਜਿਹੜੇ ਪਿਛਲੇ ਜਨਮਾਂ ਨੇ ਕੀਤੇ ਹੋਏ ਕਰਮਾਂ ਦੇ ਫਲ ਸਾਨੂੰ ਇੱਥੇ ਦੁੱਖਾਂ ਦੇ ਵਿੱਚ ਭੋਗਣੇ ਪੈਣ। ਇੱਕ ਤਾਂ ਉਹ ਤਾਪ ਹੈ। ਇੱਕ ਇੱਥੇ ਗੁਰੂ ਪਿਆਰੋ ਵਿਆਧੀ ਹੁੰਦੀਆਂ ਬਿਮਾਰੀਆਂ, ਸਰੀਰ ਦੇ ਐਂਟੀ ਭੋਜਨ ਖਾਣ ਕਰਕੇ ਜਿਹੜੀਆਂ ਅੰਦਰ ਬਿਮਾਰੀਆਂ ਪੈਦਾ ਕਰਨੀਆਂ। ਜੇ ਕੁਦਰਤੀ ਭੋਜਨ ਖਾਈਏ ਜਿਹੜਾ ਪਰਮੇਸ਼ਰ ਨੇ ਸਰੀਰ ਵਾਸਤੇ ਬਣਾਇਆ, ਫਿਰ ਸਰੀਰ ਬਿਮਾਰ ਨਹੀਂ ਹੁੰਦਾ। ਅਸੀਂ ਬਿਮਾਰ ਹੀ ਉਦੋਂ ਹੁੰਦੇ ਹਾਂ ਜਦੋਂ ਕੁਦਰਤ ਦੇ ਉਲਟ ਭੋਜਨ ਖਾਂਦੇ ਹਾਂ, ਜੋ ਸਰੀਰ ਵਾਸਤੇ ਨਹੀਂ ਬਣਿਆ। ਜਦ ਉਹ ਖਾਂਦੇ ਹਾਂ ਫਿਰ ਬਿਮਾਰ ਹੁੰਦਾ ਮਨੁੱਖ। ਉਹਦੇ ਨਾਲ ਅੰਦਰਲੇ ਜਿਹੜੇ ਹਨ ਤੱਤ ਉਹ ਵੱਧਦੇ ਘਟਦੇ ਹੈ। ਇਹਨੂੰ ਕਹਿੰਦੇ ਹੈ ਵਿਆਧੀ, ਬਿਮਾਰੀਆਂ ਦਾ ਤਾਪ। ਤੇ ਤੀਸਰਾ ਹੈ ਗੁਰੂ ਪਿਆਰਿਓ ਉਪਾਧੀ। ਉਪਾਧੀ ਭਾਵ ਗਲਤੀਆਂ। ਗਲਤੀਆਂ ਕਰਕੇ ਜੋ ਦੁੱਖ ਸਹੇੜੇ ਆ, ਗਲਤੀਆਂ ਕਰਕੇ ਲੜਾਈਆਂ ਹੋ ਗਈਆਂ, ਲੜਾਈਆਂ ਕਰਕੇ ਕਚਹਿਰੀਆਂ ਵਿੱਚ ਜੇਲ੍ਹਾਂ ਵਿੱਚ ਪਹੁੰਚ ਗਿਆ ਮਨੁੱਖ, ਹਸਪਤਾਲਾਂ ਵਿੱਚ ਪਹੁੰਚ ਗਿਆ ਸੱਟਾਂ ਖਾ ਕੇ, ਸੱਟਾਂ ਮਾਰ ਕੇ। ਇਹ ਉਪਾਧੀ ਤਾਪ ਹੈ। ਇਹ ਤਿੰਨੇ ਤਾਪ ਹੀ ਨਾਮ ਜਪਣ ਕਰਕੇ ਖਤਮ, ਕਿਉਂਕਿ ਬੰਦੇ ਦੀ ਦਿਮਾਗ ਬਦਲ ਜਾਂਦਾ ਹੈ, ਮੱਤ ਬਦਲ ਜਾਂਦੀ ਹੈ, ਚੰਗੇ ਰਸਤੇ ਚੱਲ ਪੈਂਦਾ, ਨਾ ਇਹ ਲੜਾਈਆਂ ਕਰੇ, ਨਾ ਮਾੜਾ ਖਾਣਾ ਖਾਵੇ। ਜਿਹੜੇ ਪਿਛਲੇ ਜਨਮਾਂ ਦੇ ਕਰਮ ਹੈ ਉਹ ਵੀ ਨਾਮ ਕੱਟ ਦਿੰਦਾ। ਜਿਵੇਂ ਲੱਖ ਮਣ ਮੜੀਆਂ ਕਰ ਇਕੱਠੇ, ਇੱਕ ਰੱਤੀ ਲੈ ਭਾਏ। ਇੱਕ ਰੱਤੀ ਅੱਗ ਦੀ ਪਾ ਕੇ ਜਿਵੇਂ ਲੱਖਾਂ ਮਣ ਲੱਕੜਾਂ ਸੜ ਜਾਂਦੀਆਂ, ਇਉਂ ਨਾਮ ਦੀ ਕਣੀ ਕਿਣਕਾ ਏਕ ਜੇ ਜੀ ਵਸਾਵੇ, ਤਾਂ ਕਿ ਮਹਿਮਾ ਗਣੀ ਨਾ ਆਵੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੀ ਆਪਣੇ ਸਿੱਖਾਂ ਨੂੰ ਜਿਹੜਾ ਹੈ ਪਰਮੇਸ਼ਰ ਦਾ ਨਾਮ ਰੂਪੀ ਦਵਾਈ ਦਿੱਤੀ ਹੋਈ ਹੈ। ਔਖਦ ਮੰਤਰ ਮੂਲ ਮਨ ਇੱਕ ਹੈ, ਜੇ ਕਾ ਦ੍ਰਿੜ ਚਿਤ ਕੀਜਾ ਰੇ ਜੋਗੀਆ। ਜੇ ਤੂੰ ਵੀ ਇਹਨੂੰ ਸਾਂਭ ਲੈ, ਤੂੰ ਵੀ ਜਪ ਲੈ। ਜੇ ਤੂੰ ਇਹ ਜਪ ਲਵੇਂ, ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀਜੈ ਰੇ। ਕਾਟਨ ਹਾਰਾ ਪਰਮੇਸ਼ਰ ਤੇਰੇ ਜਨਮਾਂ ਜਨਮਾਂਤਰਾਂ ਦੇ ਮਾੜੇ ਕਰਮਾਂ ਨੂੰ ਲੈ ਲਵੇਗਾ, ਭਾਵ ਰੱਖ ਲਵੇਗਾ। ਗੁਰੂ ਕੋਲੇ ਕੀ ਕਰਦੇ ਆਪਾਂ? ਆਪਣੇ ਖੋਟ ਰੱਖਣੇ ਆ। ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ। ਸਾਂਝ ਕਰੀਜੈ ਗੁਣ ਹੈ ਕੇਰੀ, ਛੋੜ ਅਵਗੁਣ ਚੱਲੀਐ। ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਐ। ਜਿੱਥੇ ਜਾਏ ਵਹੀਐ ਭਲਾ ਕਹੀਐ, ਝੋਲ ਅੰਮ੍ਰਿਤ ਪੀਜੈ। ਗੁਣਾ ਕੋ ਹੋਵੇ ਵਾਸਲਾ, ਕੱਢ ਵਾਸ ਲੀਜੈ। ਇੱਥੇ ਜਿੱਥੇ ਆਪਾਂ ਲਿਆ ਕੇ ਭੇਟਾ ਧਰਦੇ ਹਾਂ, ਕਿਸੇ ਵੀ ਤਰ੍ਹਾਂ ਦੀ ਕੋਈ ਵਸਤੂ ਲਿਆ ਕੇ ਭੇਟ ਕਰਦੇ ਹਾਂ, ਮਾਇਆ ਭੇਟ ਕਰਦੇ ਹਾਂ ਗੋਲਕ ਵਿੱਚ, ਉੱਥੇ ਆਪਣੇ ਔਗਣ ਵੀ ਦੱਸ ਦਿਓ ਨਾਲ ਦੀ ਨਾਲ ਵੀ, ਮਹਾਰਾਜ ਆਹ ਬਿਮਾਰੀਆਂ ਵੀ ਹੈ ਮੈਨੂੰ, ਕੋਈ ਸਤਨਾਮ, ਆਹ ਗਲਤੀਆਂ ਵੀ ਹੈ, ਇਹ ਵੀ ਭੇਟ ਕਰ ਦਿਓ ਇੱਥੇ। ਕਾਟਨ ਹਾਰਾ ਲੀਜੈ ਰੇ, ਕੱਟਣ ਵਾਲਾ ਪਰਮੇਸ਼ਰ ਤੇਰੇ ਔਗਣ ਰੱਖ ਲਊਗਾ। ਇਹਦਾ ਸੁਭਾਅ ਹੀ ਹੈ, ਇਹ ਸਾਡੇ ਖੋਟ ਹੀ ਕੱਢਦਾ। ਸੁਨਿਆਰੇ ਕੋਲੇ ਸੋਨਾ ਖੋਟਾ ਲੈ ਕੇ ਜਾਈਏ, ਜੇ ਬੇਨਤੀ ਕਰੀਏ ਜਿਹਨੂੰ ਖਰਾ ਕਰ ਦਿਓ, ਤਾਂ ਉਹ ਤੁਹਾਡੇ ਖੋਟ ਕੱਢ ਕੇ ਉਹ ਸੋਨੇ ਨੂੰ ਖਰਾ ਵੀ ਕਰ ਸਕਦਾ। ਗੁਰੂ ਕੋਲੇ ਬੇਨਤੀ ਕਰੀਏ ਤਾਂ ਇਹ ਸਾਡੇ ਔਗਣ ਕੱਢ ਕੇ ਸਾਨੂੰ ਖਰਾ ਕਰ ਸਕਦਾ। ਵੈਦ ਕੋਲੇ ਜਾ ਕੇ ਬਿਮਾਰੀ ਦੱਸੀਏ ਤਾਂ ਉਹ ਦਵਾਈ ਨਾਲ ਤੁਹਾਡੀ ਬਿਮਾਰੀ ਰੱਖ ਸਕਦਾ ਔਰ ਤੁਹਾਨੂੰ ਤੰਦਰੁਸਤੀ ਦੇ ਸਕਦਾ। ਕੋਈ ਸਤਨਾਮ ਸੀ ਦੱਸਣਾ ਤਾਂ ਪਊਗਾ ਨਾ, ਇੱਥੇ ਆ ਕੇ ਵੀ ਦੱਸਣਾ ਪਊਗਾ। ਇੱਥੇ ਆ ਕੇ ਇਹ ਭਾਵੇਂ ਨਾ ਦੱਸੋ ਵੀ ਮੈਂ ਨਿਤਨੇਮ ਕਿੰਨਾ ਕੀਤਾ, ਇਹ ਸਭ ਜਾਣਦਾ, ਪਰ ਕਹਿੰਦਾ ਇਹ ਜ਼ਰੂਰ ਦੱਸ ਵੀ ਗਲਤੀਆਂ ਕਿਹੜੀਆਂ ਕੀਤੀਆਂ। ਕੋਈ ਸਤਨਾਮ ਸੀ, ਇਹ ਜ਼ਰੂਰ ਦੱਸ ਮੂੰਹ ਨਾਲ, ਭਾਵੇਂ ਜਾਣਦਾ ਗਲਤੀਆਂ ਨੂੰ ਵੀ ਹੈ, ਪਰ ਤੂੰ ਕਬੂਲ ਕਰ ਲਾ ਇੱਥੇ ਆ ਕੇ। ਕੋਈ ਸਤਨਾਮ ਸੀ, ਮਹਾਰਾਜ ਮੈਥੋਂ ਬਹੁਤ ਗਲਤੀਆਂ ਹੋ ਗਈਆਂ ਜ਼ਿੰਦਗੀ ਦੇ ਵਿੱਚ। ਇਹਨੂੰ ਕਹਿੰਦੇ ਪਛਤਾਤਾਪ। ਜਦੋਂ ਪਛਤਾਤਾਪ ਕਰੀਏ ਤਾਂ ਉਹ ਬਿਮਾਰੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ। ਕੋਈ ਸਤਨਾਮ ਸੀ। ਇਸ ਕਰਕੇ ਪਾਤਸ਼ਾਹ ਕਹਿੰਦੇ ਆ ਜੋਗੀਆ ਤੈਨੂੰ ਮੈਂ ਦੱਸਾਂ, ਜੇ ਤੂੰ ਵੀ ਸਾਡੇ ਵਾਲਾ ਮੰਤਰ ਲੈ ਲਵੇਂ, ਤੇਰੇ ਜਨਮਾਂ ਜਨਮਾਂ ਦੇ ਕਰਮ, ਮਾੜੇ ਕਰਮ ਚੰਗੇ ਕਰਮ ਸਭ ਖਤਮ ਕਰਕੇ ਤੈਨੂੰ ਪਰਮੇਸ਼ਰ ਨਾਲ ਮਿਲਾ ਸਕਦਾ। ਕਾਟਨ ਹਾਰਾ ਲੀਜੈ ਰੇ, ਮਨ ਏਕੋ ਸਾਹਿਬ ਭਾਈ ਰੇ। ਹੈ ਭਾਈ ਜੋਗੀ, ਇੱਕੋ ਪਰਮੇਸ਼ਰ ਹੀ ਵੱਡਾ ਹੈ ਸਭ ਤੋਂ। ਆਪਾਂ ਉਹਦੇ ਨਾਲ ਜੁੜੀਏ
ये ठीक है, दवाइयाँ भी परमेश्वर ने बनाइया, जड़ियाँ बूटियाँ बनाइया सी पहला, हुण तां अंग्रेजी दवाइयाँ चल पईयां। परमेश्वर ने सृष्टि दे वास्ते इस कुदरत दे विच ही सब कुछ रख दिता सीगा। जे कुत्ते नूं कोई बदहजमी हो जाए तो उन्होंने पता है कि मैं किवें ठीक करना, वो खपल आदि चबदा तो अपने आप को ठीक कर लैंदा। कोई सतनाम सी। इसे तरह ही पातशाह कहने जियां का आहार, जी खाना, सब दी रोटी का इंतजाम भी किया है। जियां का आहार जी खाना एहो करे, बिच उपाय सायरा, सायरा सागर पानी समुंदर, ਉਹਦੇ ਵਿੱਚ ਜੀ पैदा ਕੀਤੇ न, बिच उपाय सैरा तिना पिरोजी दे, उथे हट ना चली। उथे कोई दुकानदारियां चलदियां, खरीदन जाते सौदा जानवर नहीं, उथे हट ना चली, ना कोई किरस करे, ना कोई पैसे जोड़दा। उथे जियां का आहार जी खाना एहो करे, जीव ही एक दूजे दे शरीर नूं खांदी है, विचों जीव निकल जाता है, बाकी कुर्ता बचे हो एक दूजे का खाई जाते हैं। कोई सतनाम करमी आवे कपड़ा जिहड़ा आपां नूं आ मिलिया, इवें उन्हां नूं मिलिया। और जड़ियां बूटियां मनुखता के वास्ते दे विच सारियां दवाइयां पईयां, पर सानूं ज्ञान नहीं हैगा। धनंतर वैद वर्गे भेजे, उन्हां ने ज्ञान दिता दुनिया नूं भी इन्हां जड़ियां बूटियां विच की फायदे आ। कोई सतनाम सी, वो भी उसे ने भेजे, क्योंकि सृष्टि सारी उसे दी बनाई हुई आ। पर जदों धनंतर वैद वर्गियां दा समा आया, उन्हां नूं भी दुनिया चों जाना पिया। जदों कलयुग शुरू हुंदा है ना, प्रहलाद दा पोतर है राजा, आखिरी राजा है सरयुग दा, प्रहलाद दा पोतर। ते गुरु प्यारिओ, जिस वेले उस दे सिर ते कलयुग आया, धनंतर वैद उहनूं रोकण वास्ते गया, तो परमेश्वर सोचा भी हुण इहनूं भी तोड़िए, इहदा भी टाइम खत्म हो गया। सो धनंतर वैद नूं हंकार हो गया थोड़ा कि मेरियां अखां 'च इन्नी पावर है कि मैं किसी मचे हुए दरखत ते निगाह मारां तो हरा भरा कर दियां। कोई सतनाम सी। ये चल पिया उस राजे नूं बचाउण वास्ते। राजे ने मरना सी काले सप दे डंग नाल, ते इहनूं सद्दा देता भी तू आके इलाज करी, जे डंग मारे तो। उदों पहले रस्ते विच इहनूं मिल गया, कहने भाई साहब तुसी, मैं वैद हाँ। अच्छा किधर चले हो? कहने लगे कि राजा साहब उहदी मौत नेड़े है, मैं उहनूं बचाउण चले। अच्छा किन्नी क ताकत है? कहने बस निगाह मारा तो मैं सब कुछ ठीक कर दिना। अच्छा काल ने सोचा भी ये तो निगाह मार के काम खराब करूगा, तो चलो पहले इसका इंतजाम करते हैं। वो कहने चंगा जा भाई। वो अगे जाके ना इस तो अशोपले एक खूंडी की शेप दे विच काला नाग बन के पै गया धरती ते। हुण तुरिया जा रहा, काले रंग की खूंडी पई आ, ते खूंड वाले पासे मूँह है सप दा, ते इहने चक के खूंडी हथ च फड़ी, तुर के देखिया बड़ी सोहनी है, बड़ी कोली है, बड़ी चमकदी आ। थोड़ी देर तुरिया उहदे नाल, इहदे फिर गिच्ची च खुरक होई, इहने ऐ खुरकिया गिच्ची च, वो खूंड नाल ही खुरकिया, उत्थे ही डंग सीगा, उहने गिच्ची च डंग मारिया। कोई सतनाम सी। उत्थे धनंतर वैद जी खत्म हो गए। फिर उहदा भी समा आ गया सी कलयुग दे सरयुग दे आखिरी राजे का, जो प्रहलाद का पोतरा सी। अगे कहने तो भाव है कि परिपूर्ण परमेश्वर परमात्मा ने सब कुछ बनाया कुदरत में, सानू ज्ञान ना होने करके असीं भटकदे फिरदे हाँ। पातशाह कहते वैद जी आ तैनूं एक मंत्र दसां, जे तू लै लवें तो तेरे सारे औगण ही खत्म हो जाण, बीमारियां कट्टियां जाण। आओ उस मालक दे नाल जुड़िए। प्रीतम जी कहते मन एको सह भाई रे, तेरे तीन गुना संसार समावै, अलख न लखना जाई रे। वो अलख परमेश्वर जो लखिया नहीं जा सकता, वो सारी सृष्टि दे विच समाया होया है। संसार तिन्ना गुणा दे विच है, पर जे तू चौथे गुण नूं जान लवें, रज तम सतकल तेरी छाया। दुनिया तिन्ना गुणा च विचर रही है, रजो तमो सत च, पर कल वाला चौथा गुण जिहड़ा जे किते बंदा जान लवे, उस परमेश्वर नूं प्राप्त कर सकदा है। रहाओ
पर बंदे ने की कीता, शक्कर खंड माया तन मीठी, हम तो पांडे उचाई रे। असी तां माया नूं मिठी जान के शक्कर दी न्याई, खंड दी न्याई, इहदियां पंडां बन लीआं। जिवें बचपन विच बच्चे नूं मिठे दे नाल बड़ा प्यार है, इसे तरह जिवें वड्डा हुंदा जांदा है, रसां कसां दे नाल प्यार पाउंदा है ते माया इहनूं बड़ी मिठी लगदी है। पातशाह कहंदे मनुख तां माया दीयां पंडां बन्नी जांदा है, नाम कित्थे जपदा है। असी तो माया नूं शक्कर जान के, मिठी जान के पंडां बन लियां, पर अज्ञानता की रात विच तुरे जा रहे हैं। भाव अज्ञानता में जिंदगी बतीत करते जा रहे हैं। रैन गवाई सोए कै, दिवस गवाया खाए, हीरे जैसा जन्म है कौडी बदले जाए। नाम न जाने राम का मूड़े, फिर पाछे पछताए रे। अज्ञानता के कारण मनुख जिहड़ा है अपना जीवन बर्बाद कर रहा। रात हनेरी सूझस नाही, जिवें हनेरे दे विच चूहे जिहड़े आ बड़ी टुक टुक करदे आ वस्तुआं, इसे तरह ही अज्ञानता विच ही काल रूपी चूहा साडी सवासां दी लड़ी नूं कट रहा है। ते जिद्दे पूरी कट्टी गई उदे डिग पांगे। कोई सतनाम कट्टी जांदा रोजाना। रात हनेरी सूझस नाही, लज टूकस मूसा भाई रे। मूसा चूहे नूं कहंदे आ, पर इत्थे चूहा काल है। बाबा जी कहंदे जोगिया किन्नियां क दवाइयां बनाएगा, एक दिन मौत आउणी है। मौत की दवाई किसी वैद तो नहीं बनी, रावण वर्गियां तो भी नहीं बनी, जिन्हें सारी दुनिया नूं काबू च कर लिया, बस च कर लिया। कहना मैं काल भी बस कर लिया, बस इनू मारना ही है। हुण पावे नाल बन्निया होया, आलस कर गया ते काल नूं उहने मार लिया। मरदे मरदे नूं लक्ष्मण जाके पुछदा, भाई साहब कोई काम की गल ही दस जो, जीवन का तजर्बा है सोडा। कहना इहो ही काम की गल है कि अज का काम कल ते ना छड्डो। कोई सतनाम। हाँ मैं काल बन लिया सी पावे नाल, जे मार लैंदा तां वधिया सी, पर मैं आलस कर गया भी चल कोई नहीं कल नूं मार दिया, ये मैनू मार गया। तो कहण तो भाव है सानू भी अज की गल कल ते नहीं छड्डनी चाहिए, गुरु वाले बन जाना चाहिए। गुरु गुरु गुर कर मन मोर, गुरु बिना मैं नाही होर। गुर की टेक रहो दिन रात, जाकी कोई ना मिटेगा। गुर बिन घोर अंधार, गुरु बिन समझ न आवे। गुर बिन सुरत न सिद्ध, गुरु बिन मुक्त न पावे। गुर कर सच विचार, गुरु का रे मन मेरे। गुरु वाले बनना बड़ा जरूरी है। गुरु अमरदास जी नूं अद्धी रात नूं पता लगे है, अपने साथी एक ब्रह्मचारी पंडित दे कोलों भी बंदे नूं गुरु वाला बनना चाहिए। ते मुड़ के सारी रात उसल वट्टे लैंदियां तुरदियां फिरदियां टप गई। जक नहीं आई, आराम नहीं आया, फिर नींद नहीं आई। मैनू गुरु वाले बनना चाहिए सी। मेरे 65 साल जिंदगी दे टप गए, कमाल हो गई। मैं तो सोचा गंगा का पानी ही साडी मुक्ति करेगा, वा तो गल ही होर निकली। अखीर दिन चढ़े घरों ही बस पै गई, जे दस पै गई। जे इच्छा होवे तो रस्ता लभ भी जाता। इच्छा नहीं बनी हजे अपनी, जे बन गई तो गुरु कोले पहुँच भी जाओगे तुसीं। को सतनाम सी। परबल इच्छा होवे तो दिन चढ़े ही उन्होंने अपने घरों ही बीबी अमरो, जो गुरु अंगद देव जी सुपुत्री इन्हां दे भतीजे नूं विआही होई आ, उहदे कोलों पता लग्या भी गुरु नानक जिहड़ा गुरु है उस दी गद्दी ते दूसरे गुरु अंगद देव जी बैठे है। मैं उन्हां दी छल विच जाके नाम की प्राप्ति कर सकदा। को सतनाम सी। उत्थे फिर गए, गुरु वाले बने। ते गुरु वाले ही नहीं बने, सृष्टि नूं गुरु वाले बनाउणा शुरू कीता। को सतनाम सी। हर एक हथ आया, वरसाने बहुत तेरे। रब अमरदास दे हथ आ गया कि गुरु अमरदास जी ने अनेकां ही दुनिया नूं तार दिता। को सतनाम सी। इस करके आ सिखा, जे तू भी उहदे नाल जुड़ जावें। मनुखा जीवन की लड़ी कट्टी जा रही है अज्ञानता दे विच। मन मोह करे तेता दुख लागै। जिन्नी मनमत करदा बंदा उन्ना ही दुखी हुंदा है। गुरमुख मिले वडाई रे, जदों गुरु वाला बन गया फिर इनू वडियाई मिलूगी। रे रे दरगह कहे न कहू, आओ बैठ आदर सुभ देऊ। उत्थे फिर कहने तैनू वडियाइयां मिल गईयां, मिलणगियां, सत्कार मिलूगा। पर जे गुरु वाला बन के दुनिया विचों जावेगा, मन मोह करे तेता दुख लागै।
गुरमुख मिलै वडाई रे, जो तिन किया सोई होआ, किरत न मेटिया जाई रे। कहते ये मनुख जिहो जी किरत करता फिर ओहे जिहा फल भोगना पैंदा। जोगी हे भाई जोगी, मनुख दे कर्मां दा फल मनुख नूं भोगना पैंदा है। कर्मां दे फल वास्ते कोई दवाई नहीं, कर्मां दे फल नूं कट्टण वास्ते परमेश्वर दा नाम है। औखद मंत्र मूल मन एक है, जे का दृढ़ चित कीचै रे। कर्म फल ਜਿਹੜੇ ਰੋਗ ਦੁੱਖ ਤਕਲੀਫ ਸਾਨੂੰ ਆਉਂਦੀ ਹੈ ਸਾਡੇ ਕਰਮਾਂ ਦੇ ਫਲ ਹੁੰਦੇ ਆ। ਇਹ ਥੋੜੇ ਸਮੇਂ ਦੇ ਲਈ ਅਸੀਂ ਦਵਾਈਆਂ ਦੁਈਆਂ ਲੈ ਕੇ ਇਹਨਾਂ ਦੀ ਕਾਂਟ ਛਾਂਟ ਕਰ ਦਿੰਨੇ ਆ। ਜਿਵੇਂ ਕੋਈ ਦਰਖਤ ਨੂੰ ਛਾਂਗ ਦੇਵੇ तो 2-4 ਮਹੀਨੇ ਉਹ ਛਾਂਗਿਆ ਉੱਦਾਂ ਰਹਿੰਦਾ ਰੁੰਡ ਮੁੰਡ ਜਾ। ਜਦੋਂ ਰੁੱਤ ਆਉਂਦੀ ਆ ਫੇਰ ਫਟਾਰਾ ਪੈਦਾ ਹੋ ਜਾਂਦਾ। ਕੋਈ ਸਤਨਾਮ ਸੀ। ਜੇ ਪੱਕੇ ਤੌਰ ਤੇ ਬਿਮਾਰੀਆਂ ਕੱਟਣੀਆਂ ਤੇ ਨਾਮ ਜਪਣਾ ਸ਼ੁਰੂ ਕਰੀਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜੇ ਪੱਕੀਆਂ ਬਿਮਾਰੀਆਂ ਕੱਟਣੀਆਂ ਸਾਰੀਆਂ ਤੇ ਨਾਮ ਸਭ ਤੋਂ ਵੱਡੀ ਦਵਾਈ ਹੈ। ਪ੍ਰੀਤਮ ਜੀ ਕਹਿੰਦੇ ਇਹ ਤੇਰੀ ਕਾਂਟਾ ਛਾਂਟੀ ਜੀ ਆ ਜੋਗੀਆ, ਇਹ ਦਵਾਈਆਂ ਨਹੀਂ ਚੱਲਣੀਆਂ। ਪ੍ਰੀਤਮ ਜੀ ਕਹਿੰਦੇ ਮਨਮੋਹ ਕਰੇ ਤੇਤਾ ਦੁੱਖ ਲੱਗੈ, ਗੁਰਮੁਖ ਮਿਲੈ ਵਡਿਆਈ ਰੇ। ਜੋ ਤਨ ਕੀਆ ਸੋਈ ਹੋਆ, ਕਿਰਤ ਨਾ ਮੇਟਿਆ ਜਾਈ ਰੇ। ਮਨੁੱਖ ਦੇ ਕਰਮਾਂ ਦੇ ਫਲ ਨਾਮ ਤੋਂ ਬਗੈਰ ਨਹੀਂ ਮਿਟਦੇ, ਨਾਮ ਜਪ ਕੇ ਹੀ ਕੱਟੇ ਜਾ ਸਕਦੇ ਆ। ਬਾਬਾ ਫਰੀਦ ਜੀ ਕਹਿੰਦੇ ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜਿਆ ਜੱਟ, ਹੰਡਾ ਉਨ ਕਤਾਇਂਦਾ ਪੈਂਦਾ ਲੋੜੈ ਪੱਟ। ਅੱਠ ਸਭ ਜਾਣਦੇ ਹੋ ਤੁਸੀਂ। ਸਮਾਪਤੀ ਵੱਲ ਚੱਲੀਏ। ਕਾਤਕ ਕਰਮ ਕਮਾਵਨੇ ਦੋਸ਼ ਨ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ। ਗੱਲ ਕਲੀਅਰ ਹੋ ਗਈ। ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਜਨਮਾਂ ਜਨਮਾਂ ਦੇ ਵਿਛੋੜੇ ਤਾਂ ਪੈਂਦੇ ਆ ਮਾਲਕ ਨੂੰ ਭੁਲਾਉਣ ਕਰਕੇ। ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਇੱਥੋਂ ਪੜ੍ਹ ਲਓ ਕਿੰਨੀਆਂ ਉਦਾਹਰਨਾਂ ਬਾਣੀ ਦੇ ਵਿੱਚ ਪਈਆਂ। ਜਗ ਨੂੰ ਜੀਵਨ ਦੇਣ ਵਾਲੇ ਪਰਮੇਸ਼ਰ ਨੂੰ ਛੱਡ ਕੇ ਇਹ ਸੰਸਾਰ ਜਿਹੜਾ ਹੈ ਮਨੁੱਖਾਂ ਦੀ ਆਸ ਰੱਖੀ ਬੈਠਾ। ਦੋ ਹੈ ਭਾਵੇਂ ਬਗੋਚੀਆ ਗਲ ਪਈ ਸੋ ਜਮ ਕੀ ਫਾਸ। ਇੱਥੇ ਵੀ ਦੁਖੀ ਉੱਥੇ ਵੀ ਦੁਖੀ। ਕੋਈ ਸਤਨਾਮ ਜਮਾਂ ਦੀਆਂ ਫਾਂਸੀਆਂ ਗਲ 'ਚ ਪੈ ਜਾਣਗੀਆਂ। ਜੋਗੀ ਨੂੰ ਗਿਆਨ ਦਿੰਦੇ ਆ ਜਿਹੜਾ ਜੋਗੀ ਬਾਬੇ ਨਾਨਕ ਨੂੰ ਜੋਗੀ ਬਣਾਉਣ ਆਇਆ ਸੀ। ਕੋਈ ਸਤਨਾਮ ਸੀ। ਬਾਬੇ ਕਹਿੰਦੇ ਆ ਤੈਨੂੰ ਕੰਮ ਦੀ ਗੱਲ ਦਸੀਏ। ਸੁਭਰ ਭਰੇ ਨਾ ਹੋਵੇ ਊਣੇ, ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਗਏ, ਜਿਹੜੇ ਨੱਕੋ ਨੱਕ ਨਾਮ ਨਾਲ ਭਰ ਗਏ, ਉਹ ਖਾਲੀ ਨਹੀਂ ਹੁੰਦੇ। ਫਿਰ ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰੂ ਨਾਨਕ ਦੇਓ। ਜਿਸ ਗੁਰੂ ਨਾਨਕ ਦਾ ਹਿਰਦਾ ਪਹਿਲਾਂ ਹੀ ਪਰਮੇਸ਼ਰ ਦੇ ਨਾਲ ਭਰਿਆ ਪਿਆ, ਉੱਥੇ ਜੋਗੀ ਆਪਣੀ ਮੱਤ ਕਿਵੇਂ ਪਾ ਦੇਣਗੇ। ਕਹੋ ਸਤਨਾਮ। ਸੁਭਰ ਨੱਕੋ ਨੱਕ, ਜਿਵੇਂ ਕੋਈ ਸਰੋਵਰ ਕਿਨਾਰਿਆਂ ਤੱਕ ਭਰਿਆ ਹੋਵੇ। ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਆ, ਨਾਮ ਦੇ ਰਸ ਨਾਲ ਭਰੇ ਹੋਏ ਨਾ ਹੋਵੇ ਊਣੇ, ਉਹ ਕਦੇ ਖਾਲੀ ਨਹੀਂ ਹੁੰਦੇ। ਜੋ ਰਾਤੇ ਰੰਗ ਲਾਈ ਜੇ, ਜੋ ਪਰਮੇਸ਼ਰ ਦੇ ਰੰਗ ਵਿੱਚ ਰੰਗੇ ਹੋਏ ਆ ਜੋਗੀਆ, ਉਹਨਾਂ ਦੀ ਸ਼ਰਨ ਲਈਏ ਆਪਾਂ। ਬਾਬਾ ਇਹ ਨਹੀਂ ਕਹਿੰਦਾ ਕਿ ਮੇਰੇ ਪੈਰਾਂ 'ਚ ਆ ਜਾ। ਗੁਰੂ ਨਾਨਕ ਦੇਵ ਜੀ ਨਾਮ ਦੇ ਰਸੀਆਂ ਦੀ ਸੰਗਤ ਕਰਨ ਦੀ ਗੱਲ ਕਰਦੇ ਆ। ਸਹੀ ਪਿਆਰਿਆਂ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤੇ ਆਵੇ। ਤਿੰਨ ਕੀ ਪੰਖ ਹੋਵੇ ਜੇ ਨਾਨਕ, ਤੋ ਮੂੜਾ ਕਿਛ ਪਾਈ ਰੇ। ਉਹ ਮੂਰਖਾ ਭਾਈ ਮਣਾ, ਇਹ ਨਾਨਕ ਵੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਜਿਹੜੇ ਨਾਮ ਜਪਦੇ ਆ, ਜਿਹੜੇ ਉਹਦੇ ਰੰਗ ਵਿੱਚ ਰੰਗੇ ਹੋਏ ਆ, ਜਿਹੜੇ ਭਰੇ ਹੋਏ ਆ। ਆਪਾਂ ਖਾਲੀ ਆ ਨਾ, ਹਜੇ ਭੁੱਖੇ ਆ। ਸੰਸਾਰ ਮਾਇਆ ਦੇ ਕੋਠੇ ਭਰ ਕੇ ਵੀ ਕਹਿੰਦਾ ਥੋੜੀ ਆ, ਹਲੇ ਹੋਰ ਚਾਹੀਦੀ ਆ। ਸਹਿਸ ਕੱਟੇ ਲਾਹ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਹਜੇ ਘੱਟ ਹੈ। ਤੇ ਬਹੁਤ ਕੌਣ ਕਹਿੰਦਾ ਨਾਮ ਜਪਣ ਵਾਲਾ। ਕਬੀਰ ਸਾਹਿਬ ਦੇ ਘਰੇ ਇੱਕ ਸੇਠ ਇੱਕ ਬੋਰੀ ਆਟੇ ਦੀ ਰਾਸ਼ਨ ਦੀ ਲੈ ਕੇ ਜਾਂਦਾ। ਕਹਿੰਦਾ ਭਗਤ ਜੀ ਆਹ ਰਾਸ਼ਨ ਰੱਖ ਲਓ। ਭਗਤ ਜੀ ਕਹਿੰਦੇ ਲੋਈ ਹਾਂਜੀ ਆਟਾ ਕਿੰਨਾ ਕੁ ਪਿਆ ਹੈ? ਆਟਾ ਜੇ ਕੱਲ੍ਹ ਜੋਗਾ ਪਿਆ ਜੀ। ਸੇਠ ਜੀ ਅਜੇ ਕੱਲ੍ਹ ਜੋਗਾ ਪਿਆ ਸਾਡੇ ਕੋਲੇ, ਲੋੜ ਪਈ ਤਾਂ ਫਿਰ ਮੰਗਾ ਲਾਂਗੇ। ਕਹੋ ਸਤਨਾਮ ਮੋੜਤਾ। ਹੁਣ ਦੱਸੋ ਵੀ ਉਹ ਤਾਂ ਕੱਲ੍ਹ ਜੋਗੇ ਤੇ ਭਰੋਸਾ ਕਰੀ ਬੈਠੇ ਵੀ ਕੱਲ੍ਹ ਜੋਗਾ ਹੈਗਾ, ਪਰਸੋਂ ਦਾ ਪਤਾ ਨਹੀਂ। ਅਸੀਂ ਤਾਂ 60-60 ਪੀੜ੍ਹੀਆਂ ਦਾ ਸਮਾਨ ਇਕੱਠਾ ਕਰਕੇ ਵੀ ਕਹਿੰਦੇ ਹਾਂ ਥੋੜ੍ਹਾ, ਮਤਲਬ ਉਹ ਖਾਲੀ ਆ। ਉਹਨਾਂ ਦਾ ਆਹ ਹਿੱਸਾ ਖਾਲੀ ਆ ਜਿੱਥੇ ਨਾਮ ਨਹੀਂ ਭਰਿਆ। ਕਹੋ ਸਤਨਾਮ। ਜਦੋਂ ਇਹ 'ਚ ਨਾਮ ਭਰ ਗਿਆ ਫਿਰ ਭਰ ਗਏ, ਫਿਰ ਨਹੀਂ ਮੰਗਦੇ ਦਰ ਦਰ 'ਤੇ ਜਾ ਕੇ। ਕਹੋ ਸਤਨਾਮ। ਇਸ ਕਰਕੇ
ਸੁਭਰ ਭਰੇ ਨਾ ਹੋਵੇ ਊਣੇ, ਜੋ ਰਾਤੇ ਰੰਗ ਲਾਈ ਰੇ, ਤਿਨ ਕੀ ਪੰਕ ਹੋਵੇ ਜੇ ਨਾਨਕ, ਤੋ ਮੂੜਾ ਕਛ ਪਾਈ ਰੇ। हे ਜੋਗੀ, ਤਾਂ ਕੁਛ ਨਾ ਕੁਛ ਜ਼ਿੰਦਗੀ 'ਚ ਪ੍ਰਾਪਤ ਕਰ ਸਕਦਾ। ਇਹ ਛੱਡ ਵੈਦਗੀ ਨੇ ਨਾਲ ਨਹੀਂ ਜਾਣਾਗਾ, ਨਾਮ ਵੀ ਜਪਿਆ ਕਰ, ਕਹੋ ਸਤਨਾਮ। ਚਾਹੇ ਕਿ ਵੈਦਗੀ ਸੰਸਾਰ ਦੇ ਵਿੱਚ ਪਰਮੇਸ਼ਰ ਨੇ ਬਖਸ਼ੀ ਹੈ, ਇਹ ਵੀ ਆਪਣੇ ਥਾਂ ਤੇ ਠੀਕ ਹੈ, ਪਰ ਨਾਮ ਜਪਣਾ ਵੀ ਜ਼ਰੂਰੀ ਹੈ। ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ। ਖੈਰ ਵਿਚਾਰਾਂ ਇੱਥੇ ਰੋਕਦੇ ਹਾਂ, ਅਗਲੇ ਸ਼ਬਦ ਦੇ ਵਿਚਾਰ ਕੱਲ੍ਹ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਮੋਲਦਿਆਂ ਅਨੇਕਾਂ ਅੱਖਰ ਬਾਅਦ ਘੱਟ ਹੋ ਜਾਂਦੇ, ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।